ਅਸੀਂ ਇਸ ਫੈਕਟਰੀ ਦੇ ਵਿੱਚ ਤਕਰੀਬਨ 40 ਕਿਸਮ ਦੇ ਜ਼ਰਈ ਆਲਾਤ ਤਿਆਰ ਕਰ ਰਹੇ ਹਾਂ, ਜਿਹਦੇ ਵਿੱਚ ਟਰਾਲੀ ਆ ਜਾਂਦੀ ਹੈ, ਟੈਂਕੀ ਆ ਜਾਂਦੀ ਹੈ, ਇਹ ਬਰੂਮਰ ਆ ਜਾਂਦਾ ਹੈ, ਇਹ ਮਕੈਨੀਕਲ ਰੋਡ ਸਵੀਪਰ ਤਿਆਰ ਕਰ ਰਹੇ ਹਾਂ, ਅਸੀਂ ਪੋਸਟ ਹੋਲ ਡਿਗਰ ਤਿਆਰ ਕਰਨੇ ਆ, ਤੇ ਅਸੀਂ ਗੋਬਰ ਖਰਾਨਰ ਵਾਲੀ ਟਰਾਲੀ ਹੈ, ਅੱਜ ਕੱਲ੍ਹ ਉਹਦਾ ਸੀਜ਼ਨ ਹੈ, ਅਸੀਂ ਉਹ ਇਸਤੇਮਾਲ ਬਣਾ ਰਹੇ ਹਾਂ। ਤੇ ਨਾਲੇ ਉਹਦਾ ਇੱਕ ਮਿਕਸਰ ਹੁੰਦਾ ਹੈ, ਕੰਪੋਸਟ ਮਿਕਸਰ ਉਹਨੂੰ ਕਹਿੰਦੇ ਨੇ, ਤੇ ਅਸੀਂ ਉਹ ਬਣਾਉਂਦੇ ਹਾਂ। ਸਹੀ। ਅੱਛਾ ਭਾਈ ਜੀ, ਨਾ ਬੂਮਰ ਤਿਆਰ ਹੋਇਆ ਪਿਆ, ਇਹਦੇ ਬਾਰੇ ਜ਼ਰਾ ਦੱਸੋ। ਸਰ ਜੀ, ਇਹ ਬਰੂਮਰ ਹੁੰਦਾ ਹੈ, ਇਹ ਖਾਕਾ ਸਿੱਧਾ ਕਰਨ ਵਾਸਤੇ ਇਸਤੇਮਾਲ ਹੁੰਦਾ ਹੈ ਜਦੋਂ ਰੋਡ ਬਣ ਰਹੀ ਹੁੰਦੀ ਆ ਉਸ ਟਾਈਮ। ਇਹਦੇ ਦੋ ਸਾਈਜ਼ ਆਉਂਦੇ ਨੇ, 7 ਫੁੱਟ ਤੇ 8 ਫੁੱਟ, ਤੇ ਇਹ ਇਸ ਟਾਈਮ ਤੁਹਾਡੇ ਸਾਹਮਣੇ ਜਿਹੜਾ ਪਿਆ ਹੈ ਇਹ 7 ਫੁੱਟ ਦਾ ਹੈ। ਇਹਦੇ ਥੱਲੇ ਅੱਧੇ ਲੋਹੇ ਦੇ ਤੇ ਅੱਧੇ ਪਲਾਸਟਿਕ ਦੇ ਬੁਰਸ਼ ਹੁੰਦੇ ਨੇ, ਤੇ ਇੱਥੇ ਟੂਲ ਬਕਸੇ ਦੇ ਵਿੱਚ ਇਹਦੀ ਸ਼ਾਫਟ ਹੁੰਦੀ ਹੈ, ਇਹ ਟਰੈਕਟਰ ਦੀ ਪੀਟੀਓ ਨਾਲ ਚੱਲਦੀ ਹੈ, ਤੇ ਇਹ ਰੋਡ ਤੇ ਖਾਕਾ ਸਿੱਧਾ ਕਰਨ ਵਾਸਤੇ ਇਸਤੇਮਾਲ ਹੁੰਦੀ ਹੈ ਜਦੋਂ ਰੋਡ ਤਿਆਰ ਹੋ ਰਹੀ ਹੁੰਦੀ ਹੈ। ਸਹੀ ਸਹੀ। ਅੱਛਾ, ਇਹਦਾ ਭਾਈ ਰੇਟ ਵਗੈਰਾ ਕੀ ਹੁੰਦਾ? ਇਹ ਜੀ ਇਹਦੇ ਅੰਦਰ ਜਿਹੜਾ 7 ਫੁੱਟ ਹੈ ਉਹ ਅਸੀਂ 1,60,000 ਰੁਪਏ ਦਾ ਦੇ ਰਹੇ ਹਾਂ, ਤੇ ਜਿਹੜਾ 8 ਫੁੱਟ ਹੈ ਉਹ ਅਸੀਂ 1,65,000 ਰੁਪਏ ਦਾ ਦੇ ਰਹੇ ਹਾਂ। ਸਹੀ ਹੋ ਗਿਆ। ਇਹ ਭਾਈ ਜੀ ਛੱਤਾਂ ਵੀ ਰੱਖੀਆਂ ਹੋਈਆਂ ਜੀ? ਬਿਲਕੁਲ, ਅਸੀਂ ਡਬਲ ਪਲਾਈ ਦੇ ਵਿੱਚ ਫਾਈਬਰ ਦੀਆਂ ਛੱਤਾਂ ਵੀ ਤਿਆਰ ਕਰਨੇ ਆ। ਇਹ ਸਾਰੇ ਫਰੇਮ ਸਾਡੇ ਪਏ ਨੇ, ਅਸੀਂ ਫਰੇਮ ਵੀ ਤਿਆਰ ਕਰਨੇ ਆ ਆਪਣਾ ਭਾਰੀ। ਇਹ ਛੱਤ ਦੇ ਆ ਜੀ? ਇਹ ਛੱਤ ਦੇ ਫਰੇਮ ਹੈਗੇ ਨੇ ਜੀ, ਇਹ ਸਾਰੇ ਪਾਈਪ ਕੱਟ ਕੇ ਰੱਖੇ ਨੇ ਅਸੀਂ। ਬੜਾ ਵਜ਼ਨੀ ਪਾਈਪ ਬਣਾਇਆ। ਬਿਲਕੁਲ, ਅਸੀਂ ਕੋਸ਼ਿਸ਼ ਕਰਨੇ ਆ ਕਿ ਮਿਆਰੀ ਕੰਮ ਕਰੀਏ ਤਾਂ ਕਿ ਲਾਮਾ ਨਾ ਆਏ, ਕੋਈ ਬੰਦਾ ਗਿਲਾ ਨਾ ਕਰੇ। ਸਹੀ ਹੋ। ਤੇ ਇਹ ਫਾਈਬਰ ਵੀ ਤੁਸੀਂ ਭਾਵੇਂ ਇਹਨੂੰ ਥੱਲੇ ਲਿਟਾ ਕੇ ਇਹਦੇ ਉੱਤੇ ਖਲੋ ਜਾਓ, ਇਹ ਫਾਈਬਰ ਨਹੀਂ ਟੁੱਟੇਗਾ। ਸਹੀ ਹੋ ਗਿਆ। ਅੱਛਾ, ਇਹਦੇ ਭਾਈ ਇੱਕ ਆਉਂਦੀ ਆ 3 ਪਲਾਈ ਦੇ, ਯਾਨੀ ਕਿ 3 ਸ਼ੀਟਾਂ ਬਣੀਆਂ ਹੁੰਦੀਆਂ, ਉਹਦੇ ਉੱਪਰ ਜੋ ਮਰਜ਼ੀ ਬੇਸ਼ੱਕ ਉੱਪਰ ਵੀ ਚੜ ਜਾਓ ਤੇ ਕੁਛ ਨਹੀਂ ਹੁੰਦਾ। ਇਹਨੂੰ ਅਸਲ ਵਿੱਚ ਇਹ ਹੁੰਦੀ 2 ਪਲਾਈ ਹੈ। ਸਹੀ। ਉਹਨੂੰ 3 ਕਹਿ ਲਓ, 6 ਕਹਿ ਲਓ, ਇਹ 2 ਪਲਾਈ ਦੀ ਹੈ। ਇਹਦੇ ਅੰਦਰ ਕੈਮੀਕਲ ਬਿਹਤਰ ਦਲਿਆ ਹੋਇਆ, ਇਹਨੂੰ ਥੱਲੇ ਰੱਖੋ, ਇਹਦੇ ਉੱਤੇ ਭਾਵੇਂ ਖਲੋ ਜਾਓ ਤੇ ਇਹਨੂੰ ਕੁਝ ਵੀ ਨਹੀਂ ਹੋਏਗਾ। ਸਹੀ ਹੋ ਗਿਆ ਭਾਈ। ਇਹਨੂੰ ਸਾਹਮਣੇ ਇੱਕ ਮਸ਼ੀਨ ਤਿਆਰ ਹੋ ਰਹੀ ਹੈ, ਇਹਨੂੰ ਅਸੀਂ ਮਕੈਨੀਕਲ ਰੋਡ ਸਵੀਪਰ ਕਹਿੰਦੇ ਆ। ਇਹ ਮਸ਼ੀਨ ਜਿਹੜੀ ਹੈ ਰੋਡ ਸਫਾਈ ਵਾਸਤੇ ਇਸਤੇਮਾਲ ਹੁੰਦੀ ਹੈ। ਕਦੀ ਤੁਸੀਂ ਵੇਖਿਆ ਸਵੇਰ ਟਾਈਮ ਜਾਂ ਰਾਤ ਦੇ ਟਾਈਮ ਟਰੈਕਟਰ ਦੇ ਮਗਰ ਇੱਕ ਮਸ਼ੀਨ ਚੱਲ ਰਹੀ ਹੁੰਦੀ ਹੈ ਜਿਹੜੀ ਰੋਡ ਦੀ ਸਫਾਈ ਕਰਦੀ ਹੈ, ਤੇ ਇਹ ਉਹ ਮਸ਼ੀਨ ਹੈ। ਇਹ ਬਾਹਰੋਂ ਆਉਂਦੀ ਸੀ ਪਹਿਲੇ, ਤੇ ਹੁਣ ਅਸੀਂ ਇਹਨੂੰ ਰਿਵਰਸ ਇੰਜੀਨੀਅਰਿੰਗ ਕਰਕੇ ਤੇ ਇਹਨੂੰ ਇੱਥੇ ਤਿਆਰ ਕੀਤਾ ਹੈ, ਤੇ ਲੋਕਾਂ ਨੂੰ ਲੋਕਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਦੇਈਏ ਵਾਰੰਟੀ ਦੇ ਨਾਲ। ਸਹੀ। ਇਹ ਭਾਈ ਜੀ ਨਾ ਇਸ ਟਾਈਮ ਜਿਹੜਾ ਵਾ ਉਹ ਯਾਨੀ ਕਿ ਬਣਨ ਦੇ ਮਰਾਹਲ ਦੇ ਗੁਜ਼ਰ ਰਹੀ ਹੈ, ਇਹ ਦੱਸੋ ਕਿ ਨਾਲ ਹੁਣ ਕਿਉਂਕਿ ਮੁਕੰਮਲ ਨਹੀਂ ਹੈਗੀ ਤਿਆਰ ਜੀ, ਤੇ ਕਿਹੜੀ ਚੀਜ਼ ਨਾਲ ਲਗਾ ਰਹੇ ਹੋ ਤਾਂ ਕਿ ਜਿਹੜੇ ਖਰੀਦਦਾਰ ਆ ਉਹਨਾਂ ਨੂੰ ਪਤਾ ਚੱਲ ਸਕੇ ਕਿ ਕਿਹੜੀ ਚੀਜ਼ ਨਾਲ ਲੱਗੀ ਹੈ? ਜੀ ਇਹ ਯੂਰਪ ਦੀ ਇਹਨੂੰ ਬੇਸ ਲੱਗਦੀ ਹੈ ਜੀ। ਅੱਛਾ ਜੀ। ਯੂਰਪੀਅਨ ਸਟੈਂਡਰਡ ਦੇ ਮੁਤਾਬਿਕ, ਤੇ ਇਹ ਪਾਣੀ ਵਾਲਾ ਇਹਨੂੰ ਪੰਪ ਲੱਗਦਾ ਹੈ ਜੀ। ਇਹ ਪਾਣੀ ਖਿਲਾਰਦਾ ਅੱਗੇ ਤਾਂ ਅੱਗੇ ਮਿੱਟੀ ਉੱਡੇ ਨਾ, ਤੇ ਇਹ ਇਹਦਾ ਫਰੇਮ ਹੁੰਦਾ ਸਾਰਾ। ਇਹਦੇ ਅੰਦਰ ਇੰਪੋਰਟਡ ਮਟੀਰੀਅਲ ਯੂਜ਼ ਕਰਕੇ ਜੈਕ ਲੱਗਦੇ ਨੇ, ਇੰਪੋਰਟਡ ਸੀਲਾਂ ਦੇ ਨਾਲ ਜੈਕ ਲੱਗਦੇ ਨੇ, ਨਾਲੇ ਲਾਈਟ ਵਗੈਰਾ ਲੱਗਦੀ ਹੈ ਤਾਂ ਕਿ ਆਪਣਾ ਦੂਰੋਂ ਕੋਈ ਬੰਦਾ ਇਹਨੂੰ ਵੇਖ ਸਕੇ, ਕੋਈ ਗੱਡੀ ਵੱਡੀ ਇਹਨੂੰ ਨਾ ਵੱਜੇ। ਇਹ ਇਹਦੇ ਬੁਰਸ਼ ਹੁੰਦੇ ਨੇ। ਇਹ ਬ੍ਰਸ਼ ਜਿਹੜੇ ਨੇ ਇਹ ਪਲਾਸਟਿਕ ਜਿਹੜਾ ਹੈ ਪਿਓਰ ਪਲਾਸਟਿਕ ਦੇ ਨਾਲ ਇਸਤੇਮਾਲ ਕੀਤਾ ਹੁੰਦਾ ਹੈ, ਤੇ ਇਹ ਸਪਰਿੰਗ ਸਟੀਲ ਦੀ ਤਾਰ ਹੁੰਦੀ ਹੈ ਜਿਹੜੀ ਇਹਨੂੰ ਟੇੜਾ ਨਹੀਂ ਕਰਨ ਦਿੰਦੀ, ਤੇ ਇਹ ਬ੍ਰਸ਼ ਇਹਦੇ ਨਾਲ ਲੱਗਦੇ ਨੇ। 10 ਪਿਛਲੇ ਬ੍ਰਸ਼ ਹੁੰਦੇ ਨੇ ਤੇ ਅਗਲੇ ਇਹਦੇ 2 ਬ੍ਰਸ਼। ਅੱਛਾ ਰਾਹਤ ਭਾਈ, ਆਹ ਚੀਜ਼ ਦੇਖੀ ਹੈ ਕਿ ਆ ਲੱਕੜੀ ਦੇ ਵਿੱਚ ਵਾ ਜੀ, ਅਗਰ ਇਹ ਪਲਾਸਟਿਕ ਵਿੱਚ ਹੋਵੇ ਤੇ ਉਹ ਬਿਹਤਰ ਵਾ ਜਾਂ ਇਹ ਲੱਕੜੀ ਅੱਛਾ ਕੰਮ ਕਰ ਜਾਂਦੀ? ਬਿਲਕੁਲ, ਇਹ ਪਲਾਸਟਿਕ ਦੇ ਵਿੱਚ ਹੋਏ ਤੇ ਬਿਲਕੁਲ ਬਿਹਤਰ ਹੋਏਗਾ, ਲੇਕਿਨ ਇਹਨੂੰ ਇਹਦੀ ਲਾਗਤ ਘੱਟ ਕਰਨ ਵਾਸਤੇ ਤੇ ਨਾਲੇ ਜਿੰਨੀ ਦੇਰ ਇਹ ਜਿਹੜੇ ਬ੍ਰਸ਼ ਹੈਗੇ ਨੇ ਖਤਮ ਹੁੰਦੇ ਨੇ ਉਹਨੇ ਟਾਈਮ ਤੋਂ ਜ਼ਿਆਦਾ ਹੀ ਟਾਈਮ ਲੱਕੜੀ ਚੱਲ ਜਾਂਦੀ ਹੈ। ਤੇ ਇਸ ਵਜ੍ਹਾ ਤੋਂ ਪਲਾਸਟਿਕ ਲਾ ਦਈਏ ਤੇ ਬਿਹਤਰ ਤੇ ਹੋ ਜਾਏਗਾ, ਲੇਕਿਨ ਲਾਗਤ ਵੱਧ ਜਾਏਗੀ ਤੇ ਉਹਦੀ ਮਕਸਦ ਕੋਈ ਨਹੀਂ ਹੋਗਾ। ਸਹੀ। ਅੱਛਾ ਭਾਈ ਜੀ, ਨਾ ਜਿਹੜਾ ਫਰੇਮ ਤਿਆਰ ਕੀਤਾ ਗਿਆ ਜੀ, ਇਹ ਫਰੇਮ ਇਹਨਾਂ ਨਾਲ ਕਿਹੜਾ ਲੋਹਾ ਲਗਾਇਆ ਗਿਆ, ਕਿੰਨੇ ਸਾਈਜ਼ ਦੇ ਯਾਨੀ ਕਿ ਇਹਦਾ ਇਸਤੇਮਾਲ ਕੀਤਾ ਗਿਆ? ਇਹ ਜੀ ਇਹ ਪਾਈਪ ਇਸਤੇਮਾਲ ਕੀਤਾ ਜਾਂਦਾ ਹੈ ਇਹਦੇ ਅੰਦਰ। ਇਹ ਪਾਈਪ ਤਕਰੀਬਨ 2 ਤੋਂ 2.5 ਸੂਤਰ ਮੋਟਾ ਹੁੰਦਾ ਹੈ ਇਹਦੇ ਅੰਦਰ, ਤੇ ਬਕਾਇਆ ਇਹਦੀਆਂ ਪਿੰਨਾਂ ਤਕਰੀਬਨ 2 ਇੰਚੀ ਦੇ ਵਿੱਚ ਤੇ ਹੁੰਦੀਆਂ ਨੇ। ਇਹਦੇ ਜੈਕ ਜਿਹੜੇ ਨੇ ਤਕਰੀਬਨ 4 ਇੰਚੀ ਦੇ ਡਾਏ ਦੇ ਵਿੱਚ, ਇਹ ਇਧਰੋਂ ਆਓਗੇ ਤਾਂ ਤੁਹਾਨੂੰ ਜੈਕ ਵਿਖਾਣੇ ਆ। 4 ਇੰਚੀ ਦੇ ਡਾਈ ਦੇ ਵਿੱਚ ਇਹਦਾ ਜੈਕ ਇਸਤੇਮਾਲ ਹੋ ਜਾਂਦਾ ਹੈ। ਬਕਾਇਆ ਛੋਟੇ ਜੈਕ ਹੁੰਦੇ ਨੇ। ਪੈਂਥਰ ਦੇ 512 ਦੇ ਜਿਹੜੇ ਟਾਇਰ ਹੈਗੇ ਨੇ ਉਹ ਇਸਤੇਮਾਲ ਹੁੰਦੇ ਨੇ ਇਹਦੇ ਵਿੱਚ। ਸਹੀ ਹੋ ਗਿਆ। ਇਹ ਭਾਈ ਖੁਦ ਹੀ ਫਰੇਮ ਇਹਦਾ ਤਿਆਰ ਕਰਦੇ ਹੋ? ਇਹਦੀ ਹਰ ਸ਼ੈ ਅਸੀਂ ਖੁਦ ਤਿਆਰ ਕਰਦੇ ਹਾਂ, ਟੋਟਲੀ ਅਸੀਂ ਖੁਦ ਇਸਤੇਮਾਲ ਲਗਾਉਂਦੇ ਹਾਂ। ਬਕਾਇਆ ਜਿਹੜਾ ਇਹਦੇ ਵਿੱਚ ਬੇਸ ਹੈ ਜਾਂ ਹਾਈਡ੍ਰੋਲਿਕ ਸਿਸਟਮ ਹੈ, ਜਿਹੜੀਆਂ ਮੋਟਰਾਂ ਨੇ ਉਹ ਇੰਪੋਰਟਡ ਆਉਂਦੀਆਂ ਨੇ। ਬਕਾਇਆ ਇਹਨੂੰ ਤਿਆਰ ਅਸੀਂ ਖੁਦ ਕਰਨਾ ਹੈ। ਕਿੰਨੀ ਦੇਰ 'ਚ ਤਿਆਰ ਕਰ ਦਿੰਦੇ ਹੋ?
ਇਹ ਤਕਰੀਬਨ 2 ਤੋਂ 3 ਹਫ਼ਤੇ ਲੱਗਦੇ ਨੇ ਸਾਨੂੰ ਇਹਨੂੰ ਤਿਆਰ ਕਰਨ ਨੂੰ। ਅੱਛਾ ਭਾਈ ਜੀ, ਅੱਜ ਕੱਲ ਗੋਬਰ ਵਾਲੀ ਜਿਹੜੀ ਟਰਾਲੀ ਆ ਉਹਦੀ ਬੜੀ ਡਿਮਾਂਡ ਆ ਜੀ ਬਿਲਕੁਲ। ਤੇ ਉਹਦੇ ਬਾਰੇ ਜ਼ਰਾ ਦੱਸੋ ਕਿ ਕਿੰਨੇ ਦੀ ਮਿਲੇਗੀ, ਕਿੰਨੇ ਦਿਨ 'ਚ ਤਿਆਰ ਹੋ ਜਾਏਗੀ? ਜੀ ਉਹ ਗੋਬਰ ਦੀ ਟਰਾਲੀ ਅਸੀਂ ਹੀ, ਇੱਕ ਸਾਡਾ ਗਾਹਕ ਸੀ ਯੂਰਪ ਦਾ, ਉਹਨੇ ਇੱਥੇ ਤਿਆਰ ਕਰਾਈ ਹੈ ਸਾਡੇ ਐਕਸਪੋਰਟਰਾਂ ਵਾਸਤੇ। ਉਹ ਐਕਸਪੋਰਟਰ ਬੰਦਾ ਸੀ ਸਹੀ ਕਿ ਜਿਹੜਾ ਬਾਹਰ ਮੁਲਕ ਜਾਂਦਾ ਹੈ ਫਰੂਟ ਜਾਂ ਜਿਹੜਾ ਵੀ ਮਾਲ ਜਾਂਦਾ ਹੈ, ਉਹ ਕਹਿੰਦੇ ਨੇ ਕਿ ਜਿਹੜੀ ਕੁਦਰਤੀ ਖਾਦ ਹੈ ਉਹਦੇ ਨਾਲ ਉਹਨੂੰ ਇਸਤੇਮਾਲ ਕਰਨਾ, ਸਹੀ ਉਹ ਪਾਓ ਤੇ ਇਹ ਦੂਜੀ ਕੈਮੀਕਲ ਵਾਲੀ ਖਾਦ ਨਾ ਪਾਓ। ਤੇ ਉਹਦੇ ਵਾਸਤੇ ਗੋਬਰ ਫੈਲਾਉਣ ਵਾਸਤੇ ਵੀ ਅਸੀਂ ਇੱਕ ਟਰਾਲੀ ਤਿਆਰ ਕੀਤੀ ਹੈ ਤੇ ਗੋਬਰ ਨੂੰ ਮਿਕਸ ਕਰਨ ਵਾਸਤੇ ਵੀ ਅਸੀਂ ਇੱਕ ਟਰਾਲੀ ਇੱਕ ਮਿਕਸਰ ਤਿਆਰ ਕੀਤਾ ਹੈ ਤੇ ਇਹਨੂੰ ਉਹ ਕਹਿੰਦੇ ਨੇ ਕੰਪੋਸਟ, ਇਹ ਸਾਰਾ ਮਿਕਸ ਕਰਕੇ ਗੋਬਰ ਦੇ ਨਾਲ, ਤੇ ਉਹ ਵੀ ਸਾਡੇ ਕੋਲ ਤਿਆਰ ਹੋ ਜਾਂਦੀ ਹੈ। ਤਕਰੀਬਨ ਉਹਨੂੰ ਵੀ 15 ਤੋਂ 2 ਹਫ਼ਤੇ ਤੋਂ 3 ਹਫ਼ਤੇ ਲੱਗਦੇ ਨੇ ਤਕਰੀਬਨ। ਸਰ ਇਹਦੀ ਕੀਮਤ ਕੀ ਰੱਖੀ ਤੁਸੀਂ? ਜੀ ਉਹ ਜਿਹੜੀ ਗੋਬਰ ਵਾਲੀ ਟਰਾਲੀ ਹੈ ਉਹ ਅਸੀਂ ਦੇ ਰਹੇ ਹਾਂ ਜੀ 15 ਲੱਖ ਰੁਪਏ ਦੀ। ਸਹੀ। ਤੇ ਇਹ ਮਸ਼ੀਨ ਵੀ ਅਸੀਂ 15 ਲੱਖ ਰੁਪਏ ਦੀ ਦੇ। ਸਹੀ ਹੋ ਗਿਆ। ਅੱਛਾ, ਇਹ 15 ਦਿਨ ਤੋਂ ਬਾਅਦ, ਯਾਨੀ ਕਿ ਅਗਰ ਕੋਈ ਡਿਮਾਂਡ ਕਰੇ ਤੇ 15 ਦਿਨ ਤੋਂ ਬਾਅਦ ਮਿਲ ਜਾਏਗੀ? ਜੀ ਬਿਲਕੁਲ, 15 ਦਿਨ ਪਹਿਲੇ ਤੁਸੀਂ ਬੁਕਿੰਗ ਕਰਾ ਦਿਓ ਤੇ 15 ਦਿਨ ਦੇ ਅੰਦਰ ਅੰਦਰ ਅਸੀਂ ਕੋਸ਼ਿਸ਼ ਕਰਾਂਗੇ 2 ਤੋਂ 3 ਹਫ਼ਤੇ ਦੇ ਅੰਦਰ ਅੰਦਰ ਅਸੀਂ ਤੁਹਾਨੂੰ ਡਿਲੀਵਰ ਕਰ ਦਈਏ। ਸਰ ਇਸ ਟਾਈਮ ਸਾਡਾ ਜਿਹੜਾ ਜ਼ਿਮੀਂਦਾਰ ਹੈ ਨਾ ਜੀ, ਉਹਦਾ ਇੱਕ ਜ਼ੇਨ ਬਣ ਗਿਆ ਹੈ ਕਿ ਅਸੀਂ ਘਰੋਂ ਨਿਕਲੀਏ, ਜਿਹੜੀ ਚੀਜ਼ ਅਸੀਂ ਖਰੀਦਣੀ ਆ ਮੌਕੇ ਤੇ ਜਾਈਏ, ਉਹਨਾਂ ਨੂੰ ਕੈਸ਼ ਦਈਏ ਤੇ ਵਾਪਸ ਲੈ ਲਈਏ। ਕਿਆ ਜਿਹੜੀਆਂ ਤੁਸੀਂ ਟਰਾਲੀਆਂ ਕਰਦੇ ਹੋ ਤੁਹਾਡੇ ਕੋਲ ਯਾਨੀ ਕਿ ਬਣੀਆਂ ਪਈਆਂ ਨਹੀਂ, ਤੁਸੀਂ ਆਰਡਰ ਤੇ ਹੀ ਤਿਆਰ ਕਰਦੇ ਹੋ? ਨਹੀਂ ਜੀ, ਅਸੀਂ ਆਰਡਰ ਤੇ ਹੀ ਤਿਆਰ ਕਰਨੇ ਆ ਕਿਉਂਕਿ ਹਰ ਜਿਹੜਾ ਕਿਸਾਨ ਹੈ ਉਹਦੀ ਆਪਣੀ ਇੱਕ ਡਿਮਾਂਡ ਹੈ। ਕੋਈ ਵੱਡੀ ਟਰਾਲੀ ਮੰਗਦਾ, ਕੋਈ ਛੋਟੀ ਟਰਾਲੀ ਮੰਗਦਾ ਹੈ, ਕੋਈ ਚੌੜੀ ਟਰਾਲੀ ਮੰਗਦਾ, ਕੋਈ ਉੱਚੀ ਮੰਗਦਾ, ਤੇ ਅਸੀਂ ਉਹਦੀ ਡਿਮਾਂਡ ਦੇ ਮੁਤਾਬਿਕ ਉਹਨੂੰ ਤਿਆਰ ਕਰਨਾ ਹੈ। ਠੀਕ ਹੈ ਜੀ, ਆਪਣਾ ਮੋਬਾਈਲ ਨੰਬਰ ਔਰ ਐਡਰੈਸ ਦੱਸ ਦਿਓ। ਜੀ ਅਸੀਂ ਮਿਲਰ ਟਰੈਕਟਰ ਦੇ ਸਾਹਮਣੇ ਬੈਠੇ ਹਾਂ ਸ਼ੁਕਰਬਰਾ ਰੋਡ ਤੇ ਲਾਹੌਰ ਦੇ ਵਿੱਚ, ਤੇ ਸਾਡੀ ਸ਼ੋਰੂਮ ਦਾ ਫੈਕਟਰੀ ਦਾ ਨਾਮ ਹੈ ਕੈਪੀਟਲ ਟਰੈਕਟਰਸ, ਤੇ ਸਾਡਾ ਫੋਨ ਨੰਬਰ ਹੈ 0345 546 0711। ਬਹੁਤ ਸ਼ੁਕਰੀਆ ਸਰ।